ਅੱਜ ਦੀ ਇਕਨੋਮਿਕਸ ਦੀ ਕਲਾਸ ਵਿੱਚ ਤੁਹਾਡਾ ਸਵਾਗਤ ਹੈ ਬੱਚਿਓ। ਅੱਜ ਦਾ ਜੋ ਅਸੀਂ ਟੌਪਿਕ ਕਰਨ ਜਾ ਰਹੇ ਹਾਂ ਉਹ ਹੈ ਵਿਅਸ਼ਟੀ ਅਰਥਸ਼ਾਸਤਰ ਦਾ ਖੇਤਰ। ਖੇਤਰ ਤੋਂ ਭਾਵ ਹੈ ਵਿਅਸ਼ਟੀ ਅਰਥਸ਼ਾਸਤਰ ਵਿੱਚ ਕਿਹੜੇ-ਕਿਹੜੇ ਵਿਸ਼ੇ, ਕਿਹੜੇ-ਕਿਹੜੇ ਟੌਪਿਕਸ, ਕਿਹੜੇ-ਕਿਹੜੇ ਸਿਧਾਂਤ ਅਸੀਂ ਪੜ੍ਹਦੇ ਹਾਂ, ਉਸ ਦੇ ਬਾਰੇ ਅਸੀਂ ਅੱਜ ਗੱਲ ਕਰਾਂਗੇ। ਗੱਲ ਕਰਦੇ ਹਾਂ ਆਪਾਂ ਫਸਟ ਪੁਆਇੰਟ ਦੀ। ਜੋ ਸਾਡਾ ਫਸਟ ਪੁਆਇੰਟ ਹੈ ਉਹ ਹੈ ਮੰਗ ਦਾ ਸਿਧਾਂਤ। ਮੰਗ ਦੇ ਸਿਧਾਂਤ ਤੋਂ ਭਾਵ ਹੈ ਕਿ ਕਿਸ ਤਰ੍ਹਾਂ ਕਿਸੇ ਵਸਤੂ ਦੀ ਕੀਮਤ ਉਸ ਦੀ ਮੰਗ ਨੂੰ ਇਫੈਕਟਿਵ ਕਰਦੀ ਹੈ। ਮੰਨ ਲਓ ਕਿਸੇ ਵਸਤੂ ਦੀ ਕੀਮਤ ਵਿੱਚ ਵਾਧਾ ਹੁੰਦਾ ਹੈ ਤਾਂ ਮੰਗ ਘਟ ਜਾਂਦੀ ਹੈ, ਕਿਸੇ ਵਸਤੂ ਦੀ ਕੀਮਤ ਵਿੱਚ ਕਮੀ ਹੁੰਦੀ ਹੈ ਤਾਂ ਮੰਗ ਵੱਧ ਜਾਂਦੀ ਹੈ। ਸੋ ਅਸੀਂ ਵਿਅਸ਼ਟੀ ਅਰਥਸ਼ਾਸਤਰ ਦੇ ਵਿੱਚ ਕੀਮਤ ਦੇ ਵਧਣ ਦੇ ਨਾਲ ਮੰਗ ਘਟਦੀ ਹੈ, ਇਸ ਤੋਂ ਉਲਟ ਕੀਮਤ ਦੇ ਘਟਣ ਦੇ ਨਾਲ ਮੰਗ ਵੱਧਦੀ ਹੈ। ਇਹ ਅਸੀਂ ਵਿਅਸ਼ਟੀ ਅਰਥਸ਼ਾਸਤਰ ਦੇ ਇਸ ਸਿਧਾਂਤ ਦੇ ਅਧੀਨ ਸਟੱਡੀ ਕਰਦੇ ਹਾਂ ਕਿ ਮੰਗ ਦਾ ਸਿਧਾਂਤ ਦੇ ਵਿੱਚ ਕਿਸ ਤਰ੍ਹਾਂ ਕਿਸੇ ਵਸਤੂ ਦੀ ਕੀਮਤ ਉਸ ਦੀ ਮੰਗ ਨੂੰ ਪ੍ਰਭਾਵਿਤ ਕਰਦੀ ਹੈ। ਇਸੇ ਸਿਧਾਂਤ ਦੇ ਅਧੀਨ ਅਸੀਂ ਉਪਭੋਗਤਾ ਕਿਵੇਂ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ, ਸੰਤੁਸ਼ਟ ਕਰਨ ਦੇ ਲਈ ਕਿਸੇ ਵਸਤੂ ਦੀ ਮੰਗ ਕਿੰਨੀ ਕਰਦਾ ਹੈ, ਉਸ ਦਾ ਸਿੱਧਾ ਰਿਲੇਸ਼ਨ ਵਸਤੂ ਦੀ ਕੀਮਤ ਦੇ ਨਾਲ ਤੇ ਵਸਤੂ ਦੀ ਮੰਗ ਦੇ ਨਾਲ ਹੁੰਦਾ ਹੈ। ਸੋ ਮੰਗ ਦੇ ਸਿਧਾਂਤ ਦੇ ਅਧੀਨ ਅਸੀਂ ਵਿਅਸ਼ਟੀ ਅਰਥਸ਼ਾਸਤਰ ਖੇਤਰ ਦੇ ਵਿੱਚ ਮੰਗ ਦੇ ਸਿਧਾਂਤ ਦੀ ਸਟੱਡੀ ਕਰਦੇ ਹਾਂ। ਸੋ ਇਸ ਤੋਂ ਅਗਲਾ ਜਿਹੜਾ ਪੁਆਇੰਟ ਹੈ ਸਾਡਾ ਉਤਪਾਦਨ ਦਾ ਸਿਧਾਂਤ। ਉਤਪਾਦਨ ਦੇ ਸਿਧਾਂਤ ਦੇ ਅਧੀਨ ਵੱਖ-ਵੱਖ ਸਾਧਨਾਂ ਨੂੰ ਉਤਪਾਦਕ ਕਰਤਾ ਜਿਵੇਂ ਭੂਮੀ, ਕਿਰਤ, ਪੂੰਜੀ ਤੇ ਉਦਮੀ, ਇਹ ਸਾਰਿਆਂ ਨੂੰ ਮਿਲ ਕੇ ਕੀ ਇਕੱਠੇ ਕਰਕੇ ਉਤਪਾਦਕ ਕਰਤਾ ਉਤਪਾਦਨ ਕਰਦਾ ਹੈ, ਸਾਧਨਾਂ ਨੂੰ ਇਕੱਠੇ ਕਰਕੇ ਉਤਪਾਦਨ ਕਰਦਾ ਹੈ। ਤੇ ਇਸੇ ਤਰੀਕੇ ਨਾਲ ਅਲੱਗ-ਅਲੱਗ ਉਤਪਾਦਨ ਫਲਨ ਦੀ ਅਸੀਂ ਸਟੱਡੀ ਕਰਦੇ ਹਾਂ ਉਤਪਾਦਨ ਸਿਧਾਂਤ ਦੇ ਅੰਦਰ। ਤੇ ਅਲੱਗ-ਅਲੱਗ ਸਮੇਂ ਦੇ ਵਿੱਚ ਫੋਰ ਐਗਜ਼ਾਮਪਲ ਸ਼ਾਰਟ ਟਾਈਮ ਦੇ ਵਿੱਚ ਉਤਪਾਦਨ ਵਿੱਚ ਵਾਧਾ ਕਰਨਾ ਹੈ ਤਾਂ ਉਸਨੇ ਹੀ ਕਰਨਾ ਹੈ, ਉਤਪਾਦਕ ਕਰਤਾ ਨੇ। ਜਿਹੜੇ ਫੈਕਟਰ ਥੋੜੇ ਸਮੇਂ ਦੇ ਵਿੱਚ ਚੇਂਜ ਹੋ ਜਾਂਦੇ ਆ, ਫੋਰ ਐਗਜ਼ਾਮਪਲ ਲੇਬਰ ਨੂੰ ਵਧਾ ਕੇ ਕੀ ਆ ਉਤਪਾਦਨ ਦੇ ਵਿੱਚ ਵਾਧਾ ਕਰ ਸਕਦਾ ਹੈ। ਲੰਬੇ ਸਮੇਂ ਦੇ ਵਿੱਚ ਕੀ ਆ ਉਤਪਾਦਕ ਕਰਤਾ ਸਾਰੇ ਹੀ ਸਾਧਨਾਂ ਨੂੰ ਵਧਾਏਗਾ ਤੇ ਉਤਪਾਦਨ ਵਿੱਚ ਵਾਧਾ ਕਰੇਗਾ। ਸੋ ਅਸੀਂ ਇਹ ਸਾਰੇ ਹੀ ਉਤਪਾਦਨ ਦੇ ਸਿਧਾਂਤ ਦੇ ਅਧੀਨ ਪੜ੍ਹਦੇ ਹਾਂ ਵਿਅਸ਼ਟੀ ਅਰਥਸ਼ਾਸਤਰ ਦੇ ਖੇਤਰ ਦੇ ਅਧੀਨ। ਸੋ ਨੈਕਸਟ ਜਿਹੜਾ ਸਾਡਾ ਪੁਆਇੰਟ ਹੈ ਕੀਮਤ ਨਿਰਧਾਰਨ ਦਾ ਸਿਧਾਂਤ। ਸਾਨੂੰ ਪਤਾ ਹੈ ਕਿ ਉਤਪਾਦਕਰਤਾ ਨੇ ਜਿਹੜੀਆਂ ਵਸਤੂਆਂ ਪੈਦਾ ਕੀਤੀਆਂ ਹਨ ਉਸ ਨੂੰ ਹੁਣ ਵੇਚਣਾ ਵੀ ਹੈ। ਉਸ ਨੂੰ ਕਿਸ ਕੀਮਤ ਤੇ ਵੇਚਣਾ ਹੈ, ਕਿੰਨੀ ਉਹਦੀ ਕੀਮਤ ਫਿਕਸ ਕਰਨੀ ਹੈ, ਉਸਨੇ ਆਪਣੀ ਲਾਗਤ ਵੀ ਫਿਕਸ ਕਰਨੀ ਹੈ, ਲਾਗਤ ਨੂੰ ਦੇਖਦੇ ਹੋਏ ਆਪਣੀ ਉਹਨੇ ਕੀਮਤ ਫਿਕਸ ਕਰਨੀ ਹੈ। ਸੋ ਕੀਮਤ ਨਿਰਧਾਰਨ ਸਿਧਾਂਤ ਦੇ ਅਧੀਨ ਉਤਪਾਦਕਰਤਾ ਕੀ ਕਰਦਾ ਹੈ, ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਕਿਹੜੇ-ਕਿਹੜੇ ਬਾਜ਼ਾਰ ਹੁੰਦੇ ਨੇ, ਪੂਰਨ ਮੁਕਾਬਲਾ ਬਾਜ਼ਾਰ, ਏਕਾਧਿਕਾਰੀ ਬਾਜ਼ਾਰ, ਅਪੂਰਨ ਮੁਕਾਬਲਾ ਬਾਜ਼ਾਰ। ਇਹਨਾਂ ਬਾਜ਼ਾਰਾਂ ਦੇ ਵਿੱਚ ਅਲੱਗ-ਅਲੱਗ ਕੀਮਤਾਂ ਦੇ ਉੱਪਰ ਅਲੱਗ-ਅਲੱਗ ਹਾਲਤਾਂ ਦੇ ਵਿੱਚ ਉਹਨੇ ਆਪਣੀ ਵਸਤੂ ਦੀ ਕੀਮਤ ਫਿਕਸ ਕਰਨੀ ਹੈ। ਉਸ ਕੀਮਤ ਦੇ ਉੱਪਰ ਹੀ ਉਹਨੇ ਉਹਨਾਂ ਬਾਜ਼ਾਰਾਂ ਦੇ ਵਿੱਚ ਵਸਤੂ ਨੂੰ ਵੇਚਣਾ ਹੈ। ਵੇਚਣ ਤੋਂ ਬਾਅਦ ਜੋ ਉਹਨੂੰ ਆਮਦਨ ਪ੍ਰਾਪਤ ਹੋਣੀ ਹੈ ਉਸ ਨੂੰ ਕੀ ਕਰਨਾ ਹੈ, ਉਹਨੇ ਉਤਪਾਦਨ ਦੇ ਸਾਧਨਾਂ ਵਿੱਚ ਵੰਡਣਾ ਹੈ ਜੋ ਕਿ ਸਾਧਨ ਕੀਮਤ ਨਿਰਧਾਰਨ ਦੇ ਸਿਧਾਂਤ ਦੇ ਅਧੀਨ ਆਉਂਦਾ ਹੈ। ਇਸ ਦੇ ਅਧੀਨ ਕੀ ਹੁੰਦਾ ਹੈ, ਜਿਵੇਂ ਕਿ ਅਸੀਂ ਉੱਪਰਲੇ ਪੁਆਇੰਟ 'ਚ ਪੜ੍ਹਿਆ ਹੈ ਕਿ ਉਤਪਾਦਕਰਤਾ ਕੀ ਕਰਦਾ ਹੈ, ਵਸਤੂਆਂ ਨੂੰ ਵੇਚ ਕੇ ਜਿਹੜੀ ਉਹਨੂੰ ਆਮਦਨ ਹੁੰਦੀ ਹੈ ਉਹਨੂੰ ਕੀ ਕਰਦਾ ਹੈ, ਇਸ ਪੁਆਇੰਟ ਦੇ ਅਧੀਨ ਉਹਨੂੰ ਉਤਪਾਦਨ ਦੇ ਸਾਧਨਾਂ ਦੇ ਵਿਚਕਾਰ ਵੰਡਦਾ ਹੈ। ਕਿਵੇਂ ਵੰਡਦਾ ਹੈ, ਉਸਨੇ ਜਿਹੜੇ ਮਜ਼ਦੂਰ ਲਏ ਸੀ ਉਹਨਾਂ ਨੂੰ ਮਜ਼ਦੂਰੀ ਦੇਵੇਗਾ ਤੇ ਪੂੰਜੀ ਜਿਹੜੇ ਪੈਸੇ ਉਸਨੇ ਕਿਸੇ ਤੋਂ ਉਧਾਰ ਲਏ ਸੀ ਜਾਂ ਖੁਦ ਦੇ ਉਹਦੇ ਆਪਣੇ ਪੈਸੇ ਸੀ ਉਸ ਦਾ ਕੀ ਉਹ ਵਿਆਜ ਵਿੱਚੋਂ ਕੱਢੇਗਾ। ਇਸ ਤਰੀਕੇ ਨਾਲ ਭੂਮੀ ਭਾਵ ਜਿੱਥੇ ਉਸਨੇ ਫੈਕਟਰੀ ਲਗਾਈ ਸੀ ਜੇ ਉਸਦੀ ਆਪਣੀ ਆ ਤਾਂ ਵੀ ਉਸਨੂੰ ਲਗਾਨ ਕੱਢਣਾ ਪਵੇਗਾ। ਜੇਕਰ ਉਹਨੇ ਕਿਸੇ ਤੋਂ ਉਧਾਰ ਲਈ ਸੀ, ਉਧਾਰ ਕਹਿ ਸਕਦੇ ਜਾਂ ਰੈਂਟ ਤੇ ਲਈ ਸੀ, ਉਸਦਾ ਉਹਨੇ ਕੀ ਕਰਨਾ, ਲਗਾਨ ਜਾਂ ਕਿਰਾਇਆ ਫਿਕਸ ਕਰਨਾ ਹੈ, ਉਹਨਾਂ ਨੂੰ ਦੇਣਾ ਹੈ। ਤੇ ਲਾਸਟ ਦੇ ਵਿੱਚ ਜੋ ਉਦਮੀ ਕੌਣ ਹੈ, ਉਦਮੀ ਖੁਦ ਜੋ ਉਤਪਾਦਨ ਕਰਤਾ ਉਹਨੇ ਕੀ ਕਰਨਾ, ਆਪਣਾ ਲਾਭ ਕੱਢਣਾ ਹੈ। ਸੋ ਇਸ ਤਰੀਕੇ ਨਾਲ ਉਤਪਾਦਕਰਤਾ ਨੇ ਕੀ ਕਰਨਾ ਹੈ, ਸਾਧਨ, ਇਹ ਉਤਪਾਦਨ ਦੇ ਸਾਧਨ ਹਨ, ਇਹਨਾਂ ਦਾ ਕੀਮਤ ਨਿਰਧਾਰਨ ਕਰਕੇ ਇਹਨਾਂ ਦੇ ਵਿਚਕਾਰ ਕੀ ਆ, ਉਹਨਾਂ ਦੀ ਜਿਹੜੀ ਪੇਮੈਂਟ ਆ ਉਹਦੀ ਵੰਡ ਕਰਨੀ ਹੈ। ਤੇ ਇਸ ਤਰੀਕੇ ਨਾਲ ਸਾਧਨ ਕੀਮਤ ਨਿਰਧਾਰਨ ਬਾਜ਼ਾਰ ਦੇ ਵਿੱਚ ਸਾਧਨ ਕੀਮਤ ਦੀ ਵੰਡ ਕੀਤੀ ਜਾਂਦੀ ਹੈ। ਸੋ ਉਮੀਦ ਹੈ ਤੁਹਾਨੂੰ ਜਿਹੜਾ ਸਾਧਨ ਕੀਮਤ ਨਿਰਧਾਰਨ ਦਾ ਪੁਆਇੰਟ ਵੀ ਸਮਝ ਆ ਗਿਆ ਹੋਵੇਗਾ। ਸੋ ਅੱਜ ਦੀ ਕਲਾਸ ਦੇ ਵਿੱਚ ਅਸੀਂ ਕੀ ਪੜ੍ਹਿਆ ਹੈ, ਵਿਅਸ਼ਟੀ ਅਰਥਸ਼ਾਸਤਰ ਦਾ ਖੇਤਰ ਕਿ ਵਿਅਸ਼ਟੀ ਅਰਥਸ਼ਾਸਤਰ ਦੇ ਖੇਤਰ ਦੇ ਅਧੀਨ ਕਿਹੜੇ-ਕਿਹੜੇ ਵਿਸ਼ੇ, ਕਿਹੜੇ-ਕਿਹੜੇ ਸਿਧਾਂਤ ਦੀ ਸਟੱਡੀ ਕੀਤੀ ਜਾਂਦੀ ਹੈ। ਸੋ ਅੱਜ ਦੀ ਇਸ ਕਲਾਸ ਦੇ ਵਿੱਚ ਇੰਨਾ ਹੀ। ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਥੈਂਕਸ। ਸਟੂਡੈਂਟਸ, ਅੱਜ ਦੀ ਵੀਡੀਓ ਦੇ ਸੈਕੰਡ ਪਾਰਟ ਦੇ ਵਿੱਚ ਅਸੀਂ ਟੌਪਿਕ ਕਰਨ ਜਾ ਰਹੇ ਹਾਂ ਵਿਅਸ਼ਟੀ ਅਰਥਸ਼ਾਸਤਰ ਦਾ ਮਹੱਤਵ ਤੋਂ ਭਾਵ ਹੈ ਕਿ ਵਿਅਸ਼ਟੀ ਅਰਥਸ਼ਾਸਤਰ ਦਾ ਵਿਸ਼ਾ ਪੜ੍ਹਨ ਤੋਂ ਬਾਅਦ ਸਾਨੂੰ ਕਿਹੜੀਆਂ ਗੱਲਾਂ ਦੀ ਜਾਣਕਾਰੀ ਮਿਲਦੀ ਹੈ, ਅਰਥ ਵਿਵਸਥਾ ਦੀ ਕਿਹੜੀ ਨਵੀਆਂ ਚੀਜ਼ਾਂ ਸਾਨੂੰ ਸਮਝਣ ਨੂੰ ਮਿਲਦੀਆਂ ਹਨ। ਸਭ ਤੋਂ ਪਹਿਲਾ ਪੁਆਇੰਟ ਹੈ ਅਰਥ ਵਿਵਸਥਾ ਦੀ ਕਾਰਜ ਪ੍ਰਣਾਲੀ।
ਵਿਅਸ਼ਟੀ ਅਰਥ ਸ਼ਾਸਤਰ ਦਾ ਵਿਸ਼ਾ ਪੜ੍ਹਨ ਤੋਂ ਬਾਅਦ ਸਾਨੂੰ ਪੂਰੀ ਅਰਥ ਵਿਵਸਥਾ ਦੀ ਕਾਰਜ ਪ੍ਰਣਾਲੀ ਬਾਰੇ ਜਾਣਕਾਰੀ ਮਿਲਦੀ ਹੈ। ਕਿਵੇਂ ਇੱਕ ਉਤਪਾਦਕਰਤਾ ਸਾਧਨਾਂ ਨੂੰ ਇਕੱਠੇ ਕਰਕੇ ਵਸਤੂ ਨੂੰ ਪੈਦਾ ਕਰਦਾ ਹੈ, ਪੈਦਾ ਕਰਨ ਤੋਂ ਬਾਅਦ ਉਸ ਨੂੰ ਬਾਜ਼ਾਰ ਦੇ ਵਿੱਚ ਵੇਚਦਾ ਹੈ, ਵੇਚਣ ਤੋਂ ਬਾਅਦ ਕਿਵੇਂ ਸਾਧਨਾਂ ਨੂੰ ਉਹ ਆਪਣੀ ਪੇਮੈਂਟਸ ਕਰਦਾ ਹੈ। ਦੂਸਰੇ ਪਾਸੇ ਉਪਭੋਗਕਰਤਾ ਕਿਵੇਂ ਵਸਤੂਆਂ ਨੂੰ ਖਰੀਦਦਾ ਹੈ ਤੇ ਆਪਣੀਆਂ ਲੋੜਾਂ ਨੂੰ ਸੰਤੁਸ਼ਟ ਕਰਨ ਦੇ ਲਈ ਵਸਤੂਆਂ ਦੀ ਵਰਤੋਂ ਕਰਦਾ ਹੈ। ਸੋ ਇਹ ਪੂਰੀ ਅਰਥ ਵਿਵਸਥਾ ਦੀ ਕਾਰਜ ਪ੍ਰਣਾਲੀ ਸਾਨੂੰ ਕਲੀਅਰ ਹੋ ਜਾਂਦੀ ਹੈ ਵਿਅਸ਼ਟੀ ਅਰਥ ਸ਼ਾਸਤਰ ਦਾ ਵਿਸ਼ਾ ਪੜ੍ਹਨ ਤੋਂ ਬਾਅਦ। ਸੈਕੰਡ ਪੁਆਇੰਟ ਹੈ ਭਵਿੱਖਬਾਣੀ। ਸਾਨੂੰ ਪਤਾ ਹੈ ਕਿ ਵਿਅਸ਼ਟੀ ਅਰਥ ਸ਼ਾਸਤਰ ਦੇ ਸਾਰੇ ਹੀ ਸਿਧਾਂਤ ਜਿਹੜੇ ਅਸੀਂ ਖੇਤਰ ਦੇ ਵਿੱਚ ਪੜ੍ਹੇ ਹਨ, ਉਹ ਸਾਰੇ ਹੀ ਸਿਧਾਂਤ ਕੀ ਹੈ, ਭਵਿੱਖਬਾਣੀ ਦੇ ਉੱਪਰ ਡਿਪੈਂਡ ਹਨ। ਭਵਿੱਖਬਾਣੀ ਦੀਆਂ ਕੁਝ ਨਾ ਕੁਝ ਸ਼ਰਤਾਂ ਹੁੰਦੀਆਂ ਹਨ। ਸੋ ਅਰਥ ਸ਼ਾਸਤਰ, ਵਿਅਸ਼ਟੀ ਅਰਥ ਸ਼ਾਸਤਰ ਦੇ ਵਿੱਚ ਸਾਨੂੰ ਭਵਿੱਖਬਾਣੀ ਦੇ ਬਾਰੇ ਪਤਾ ਲੱਗਦਾ ਹੈ। ਮੰਨ ਲਓ ਕਿ ਕਿਸੇ ਵਸਤੂ ਦੀ ਕੀਮਤ ਘਟ ਜਾਂਦੀ ਹੈ ਬਾਜ਼ਾਰ ਦੇ ਵਿੱਚ, ਅਸੀਂ ਭਵਿੱਖਬਾਣੀ ਕਰ ਸਕਦੇ ਹਾਂ ਕਿ ਇਸ ਦੀ ਮੰਗ ਵੱਧ ਜਾਵੇਗੀ। ਦੂਸਰੇ ਪਾਸੇ ਕਿਸੇ ਵਸਤੂ ਦੀ ਕੀਮਤ ਜਿਹੜੀ ਆ ਜੇਕਰ ਵੱਧ ਜਾਂਦੀ ਹੈ ਮਾਰਕੀਟ ਦੇ ਵਿੱਚ, ਫਿਰ ਕੀ ਹੋਵੇਗਾ, ਅਸੀਂ ਭਵਿੱਖਬਾਣੀ ਕਰਾਂਗੇ ਕਿ ਇਸ ਦੀ ਜਿਹੜੀ ਆ ਮੰਗ ਆ ਉਹ ਘਟ ਜਾਵੇਗੀ। ਇਸ ਤਰ੍ਹਾਂ ਵਿਅਸ਼ਟੀ ਅਰਥ ਸ਼ਾਸਤਰ ਦਾ ਵਿਸ਼ਾ ਪੜ੍ਹਨ ਤੋਂ ਬਾਅਦ ਸਾਨੂੰ ਭਵਿੱਖਬਾਣੀ ਕਰਨ ਦੀ ਜਾਣਕਾਰੀ ਮਿਲ ਜਾਂਦੀ ਹੈ। ਨੈਕਸਟ ਜਿਹੜਾ ਪੁਆਇੰਟ ਹੈ ਆਰਥਿਕ ਨੀਤੀਆਂ। ਵਿਅਸ਼ਟੀ ਅਰਥ ਸ਼ਾਸਤਰ ਦੇ ਵਿਸ਼ੇ ਦੇ ਵਿੱਚ ਆਰਥਿਕ ਨੀਤੀਆਂ ਬਣਾਈਆਂ ਜਾਂਦੀਆਂ ਹਨ। ਕਿਸ ਤਰ੍ਹਾਂ ਸਰਕਾਰ ਕੀਮਤ ਦਾ ਨਿਰਧਾਰਨ ਕਰਦੀ ਹੈ, ਕਿਸ ਤਰ੍ਹਾਂ ਉਤਪਾਦਕਰਤਾ ਕੀਮਤ ਦਾ ਨਿਰਧਾਰਨ ਕਰਦਾ ਹੈ। ਜੇਕਰ ਉਤਪਾਦਕਰਤਾ ਨੇ ਆਪਣੀ ਸੇਲ ਵਧਾਉਣੀ ਹੈ ਤਾਂ ਉਸਨੇ ਕਿਹੜੀ ਨੀਤੀ ਅਪਣਾਉਣੀ ਹੈ, ਪ੍ਰਾਈਸ ਘੱਟ ਰੱਖਣ ਦੀ। ਜੇਕਰ ਪ੍ਰਾਈਸ ਘੱਟ ਰੱਖੇਗਾ ਤਾਂ ਕੀ ਹੈ, ਉਹਦੀ ਸੇਲ ਵੱਧ ਹੋਵੇਗੀ। ਦੂਸਰੇ ਪਾਸੇ ਜੇਕਰ ਉਸਨੇ ਆਪਣਾ ਪ੍ਰੋਫਿਟ ਵਧਾਉਣਾ ਹੈ ਦੈਨ ਕੀ ਉਹ ਕਰੇਗਾ, ਆਪਣਾ ਪ੍ਰਾਈਸ ਅਪ ਰੱਖੇਗਾ। ਸੋ ਅਲੱਗ-ਅਲੱਗ ਤਰ੍ਹਾਂ ਦੀਆਂ ਨੀਤੀਆਂ ਜਿਹੜੀਆਂ ਅਸੀਂ ਵਿਅਸ਼ਟੀ ਅਰਥ ਸ਼ਾਸਤਰ ਦੇ ਅਧੀਨ ਪੜ੍ਹਦੇ ਹਾਂ। ਨੈਕਸਟ ਜਿਹੜਾ ਸਾਡਾ ਪੁਆਇੰਟ ਹੈ ਆਰਥਿਕ ਕਲਿਆਣ। ਵਿਅਸ਼ਟੀ ਅਰਥ ਸ਼ਾਸਤਰ ਦੇ ਅਧੀਨ ਅਸੀਂ ਆਰਥਿਕ ਕਲਿਆਣ ਦੇ ਬਾਰੇ ਜਾਣਕਾਰੀ ਲੈਂਦੇ ਹਾਂ। ਕਿਵੇਂ ਇੱਕ ਉਤਪਾਦਕ ਕਰਦਾ ਵਸਤੂ ਨੂੰ ਪੈਦਾ ਕਰਕੇ ਉਪਭੋਗਤਾ ਦੇ ਆਰਥਿਕ ਕਲਿਆਣ ਵਿੱਚ ਵਾਧਾ ਕਰਦਾ ਹੈ। ਦੂਸਰੇ ਪਾਸੇ ਸਰਕਾਰ ਵੀ ਕੀ ਕਰਦੀ ਹੈ, ਆਮ ਲੋਕਾਂ ਦੀਆਂ ਜਿਹੜੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ, ਜਿਹੜੀਆਂ ਪਬਲਿਕਸ ਨੀਡਸ ਹਨ ਉਹਨਾਂ ਦੇ ਵਿੱਚ ਵਾਧਾ ਕਰਨ ਦੇ ਲਈ ਆਰਥਿਕ ਕਲਿਆਣ ਦੀਆਂ ਨੀਤੀਆਂ ਅਪਣਾਉਂਦੀ ਹੈ। ਸੋ ਨੈਕਸਟ ਜਿਹੜਾ ਪੁਆਇੰਟ ਹੈ ਪ੍ਰਬੰਧ ਸੰਬੰਧੀ ਫੈਸਲੇ। ਪ੍ਰਬੰਧ ਸੰਬੰਧੀ ਫੈਸਲੇ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਇੱਕ ਉਤਪਾਦਕਰਤਾ ਕਿਵੇਂ ਆਪਣੀ ਲਾਗਤ ਨੂੰ ਘੱਟ ਕਰਨ ਦੇ ਲਈ ਪ੍ਰਬੰਧ ਕਰੇਗਾ ਤੇ ਆਪਣੇ ਮਾਰਜਨ ਜਾਂ ਪ੍ਰੋਫਿਟ ਨੂੰ ਕਮਾਉਣ ਦੇ ਲਈ ਕਿਵੇਂ ਆਪਣੀ ਫੈਸਲੇ ਲਵੇਗਾ। ਇਹ ਸਾਰੇ ਹੀ ਜਿਹੜੇ ਆ ਵਿਅਸ਼ਟੀ ਅਰਥ ਸ਼ਾਸਤਰ ਦੇ ਵਿੱਚ ਅਸੀਂ ਪੜ੍ਹਦੇ ਹਾਂ। ਨੈਕਸਟ ਜਿਹੜਾ ਲਾਸਟ ਪੁਆਇੰਟ ਹੈ ਸਾਡਾ ਅੰਤਰਰਾਸ਼ਟਰੀ ਵਪਾਰ ਵਿੱਚ ਸਹਿਯੋਗ। ਸਾਨੂੰ ਪਤਾ ਹੈ ਕਿ ਅੰਤਰਰਾਸ਼ਟਰੀ ਵਪਾਰ ਦੇ ਵਿੱਚ ਹਰ ਇੱਕ ਇਕਨੋਮੀ ਦੂਸਰੀ ਇਕਨੋਮੀ ਨਾਲ ਜੁੜੀ ਹੋਈ ਹੈ, ਚਾਹੇ ਉਹ ਵਪਾਰ ਦੇ ਰਾਹੀਂ ਆ, ਚਾਹੇ ਉਹ ਫੋਰਨ ਐਕਸਚੇਂਜ ਦੇ ਰਾਹੀਂ ਆ, ਚਾਹੇ ਉਹ ਲੇਬਰ ਦਾ ਆਦਾਨ ਪ੍ਰਦਾਨ ਦੇ ਰਾਹੀਂ ਆ, ਕੈਪੀਟਲ ਦਾ ਆਦਾਨ ਪ੍ਰਦਾਨ ਦੇ ਰਾਹੀਂ ਆ। ਸੋ ਇਸ ਦੇ ਵਿੱਚ ਅਸੀਂ ਵਿਅਸ਼ਟੀ ਅਰਥ ਸ਼ਾਸਤਰ ਦੇ ਵਿੱਚ ਅਲੱਗ-ਅਲੱਗ ਮਾਰਕੀਟਸ ਦੇ ਵਿੱਚ, ਵਰਲਡ ਮਾਰਕੀਟ ਦੇ ਵਿੱਚ ਚੈੱਕ ਕੀਤਾ ਜਾਂਦਾ ਹੈ ਕਿ ਕਿਵੇਂ ਕਿਹੜੀ ਮਾਰਕੀਟ ਦੇ ਵਿੱਚ ਕਿਸੇ ਵਸਤੂ ਦੀ ਮੰਗ ਵੱਧ ਹੈ ਤੇ ਉੱਥੇ ਕੀ ਹੈ ਉਤਪਾਦਕ ਕਰਦਾ ਆਪਣੀ ਜਿਹੜੀ ਵਸਤੂ ਆ ਉਸ ਮਾਰਕੀਟ ਦੇ ਵਿੱਚ ਭੇਜਦਾ ਹੈ ਵੇਚਣ ਦੇ ਲਈ ਤੇ ਵੱਧ ਤੋਂ ਵੱਧ ਲਾਭ ਕਮਾਉਣ ਦੇ ਲਈ। ਸੋ ਉਮੀਦ ਹੈ ਤੁਹਾਨੂੰ ਇਹ 6 ਦੇ 6 ਪੁਆਇੰਟ ਜਿਹੜੇ ਆ ਵਿਅਸ਼ਟੀ ਅਰਥ ਸ਼ਾਸਤਰ ਦਾ ਮਹੱਤਵ ਦੇ ਕਲੀਅਰ ਹੋ ਗਏ ਹੋਣਗੇ। ਇਹ ਕੁਐਸਚਨ ਵੀ ਤੁਹਾਡਾ 4 ਜਾਂ 6 ਨੰਬਰ ਲਈ ਇੰਪੋਰਟੈਂਟ ਹੈ, ਵਿੱਚ ਤੁਸੀਂ ਪਹਿਲਾਂ ਸ਼ੁਰੂ ਦੇ ਵਿੱਚ ਕੀ ਹੈ ਵਿਅਸ਼ਟੀ ਅਰਥ ਸ਼ਾਸਤਰ ਦਾ ਮੀਨਿੰਗ ਐਡ ਕਰਕੇ ਇਹ ਜਿਹੜੇ 6 ਪੁਆਇੰਟ ਹੈ ਉਹਨਾਂ ਨੂੰ ਐਕਸਪਲੇਨ ਕਰ ਦੇਣਾ ਹੈ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ। ਉਮੀਦ ਹੈ ਤੁਹਾਨੂੰ ਵਿਅਸ਼ਟੀ ਅਰਥ ਸ਼ਾਸਤਰ ਦਾ ਮਹੱਤਵ ਕਲੀਅਰ ਹੋ ਗਿਆ ਹੋਵੇਗਾ। ਅੱਜ ਦੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕਸ।